ਸਤਿ ਸ਼੍ਰੀ ਅਕਾਲ ਜੀ। ਮੈਂ ਸਵਾਤੀ ਸਕਸੈਨਾ ਚੜ੍ਹਦੀ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਸਿੱਧੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਨਾਲ ਤੇ ਪ੍ਰੋਫੈਸਰ ਸਾਡੇ ਨਾਲ ਜੁੜ ਚੁੱਕੇ ਨੇ। ਆਓ ਜੀ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਹਾਂ ਸਵਾਤੀ, ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਕਿਸਾਨੀ ਮੁੱਦੇ ਤੋਂ, ਜਿੱਥੇ ਕਿ ਅੱਜ किसान जथेबंदियों की मीटिंग होने जा रही है। तो इसी विचाले खेतीबाड़ी जो मंत्री ने उन्होंने तोमर ने कहा है कि 4 की जी बैठक है वो हाँ पक्की नतीजे निकलने की आस है। ये बिल्कुल ठीक हैगा आ। कल मीटिंग हुई सी, अज फिर 7 मैंबरां दी जिहड़ी उन्हां दी नैशनल लैवल की कमेटी आ मीटिंग करके फरदर कोआर्डीनेट करनगे सारियां गल्लां। परसों नूं ते मीटिंग आ ही गई है 4 बजे। उदण कोर्टां भी खुलणियां, हो सकता कोर्ट भी सुप्रीम कोर्ट कोई ना कोई अपना कार्रवाई पावे। तो ਇਹਦਾ मतलब है ਜਿਹੜਾ 4 तरीक का माहौल आ वो मूवमेंट के हिसाब के नाल काफ़ी एक लोकां च जोश भरिया क्रियोसिटी जिहनूं कहिंदे आ उत्सुकता वाला होऊगा। तो ये तो कह ही रहे आ, कदी वो सोम प्रकाश जी कहते आ, कभी कोई पंजाब का बीजेपी का लीडर जियानी जी कह देंगे लो जी ये तो होया ही खड़ा। ये जोड़ा होया ही खड़ा है पता नहीं कितना टाइम होर लाऊगा। मिनिस्टरां दे जां बीजेपी के लीडरां दे इस गल दे बयान दे उत्ते कोई आपां आइडिया बना लीए कि ये जल्दी खत्म होने वाला सारा कुछ। मेरा ख्याल जो उन्होंने उपरों कहिंदे आ कि तुसीं इंज कह दिओ भी छेती छेती खत्म हो जाऊगा जी, कोई चिंता नहीं है, लै गल सिरे लगी पई है। भई तुहाडी वल्लों तो सिरे लगी पई है, बाकी दियां दा भी तो देख लो कि वो भी इसनूं सिरे लाए समझदे आ कि नहीं समझदे। जिस तरह वो कई बारी मजाक च कहिंदे हुंदे आ भी मैं ब्याह कराउणा आ ते 50% कामयाबी मिल गई आ, बस वो कहिंदे भी जानी मैं तो 50% तैयार ही हाँ, अगली जिहड़ी कुड़ी आ वो अजे कोई 0% ही तैयार है, पर ब्याह दी 50% कामयाबी हो गई। ये इन्हां दे सारे बयान ਉਹੋ ਜੀ ਕਾਮਯਾਬੀ वाले आ कि ये मन ਵਿੱਚ ਬਣਾ ਲੈਂਦੇ ਆ कि ਐਤਕੀ ਅਸੀਂ ਕਿਸਾਨਾਂ ਨੂੰ ਆਹ ਗੱਲ ਮਨਾਉਣੀ ਆ ਤੇ ਉਹਨਾਂ ਨੇ ਮੰਨ ਜਾਣੀ ਆ ਤੇ ਬਸ ਫਿਰ ਜੇ ਅੱਜ 50% ਮੰਨ ਗਏ ਤੇ ਬਾਕੀ ਤੇ ਕੀ ਆ 50% ਅਗਲੀ ਮੀਟਿੰਗ 'ਚ ਮਨਾ ਲਾਂਗੇ। ਇਸ ਤਰ੍ਹਾਂ ਨਹੀਂ ਚੱਲਣਾ ਹੈਗਾ। ਤੁਸੀਂ ਇਸ ਗੱਲ ਦੇ ਉੱਤੇ ਫੋਕਸ ਕਰੋ ਕਿ ਕਿਸਾਨਾਂ ਦੀ ਦੁੱਖ ਤਕਲੀਫ ਹੈ ਕੀ ਹੈ। ਇੰਨੀ ਵੱਡੀ ਗਿਣਤੀ 'ਚ ਕੋਈ ਕਿਸੇ ਦਾ ਹੈਗਾ ਕੋਈ ਕਾਰਨ ਕਿ ਬਿਨਾਂ ਉਹ ਕਿ ਏਡੇ ਵੱਡੇ ਕਾਰਨ ਤੋਂ ਬਿਨਾਂ ਉਸਦੇ ਤੋਂ ਉੱਥੇ ਜਾ ਕੇ ਬੈਠ ਸਕਣ। कदी कह देंगे बहकावे च आ गए जी, पोलीटिकल लीडर ने भेजते जी, ये तो साढ़े विरोधियों ने इंज करता, बथेरा कुछ किया। ये भी कहता कि चीन ते पाकिस्तान दे पिछे इन्हां दे हथ हैगा, चीन ते पाकिस्तान का कित्थे कित्थे दियां गल्लां नहीं कहियां। बाहरों पैसा आ रहा है जी, बैंकां दी इनक्वायरी चल रही है। तुसीं एक पासे इहो जिहियां बेकरतूतियां गल्लां सरकार वल्लों आउणगीਆਂ कि उन्हां दी मूवमेंट ते उन्हां दे ਜਿਹੜੀ ਇਮਾਨਦਾਰੀ ਤੇ ਵੀ ਤੁਸੀਂ ਸ਼ੱਕ ਕਰਦੇ ਆ, ਉਸ ਅੰਦੋਲਨ ਤੇ ਵੀ ਸ਼ੱਕ ਕਰਦੇ ਆ। ਦੂਜੇ ਪਾਸੇ ਤੁਸੀਂ ਇਹ ਉਮੀਦ ਕਰਦੇ ਆ ਕਿ ਕਿਸਾਨ ਲੀਡਰ ਬਿਲਕੁਲ ਗਊਆਂ ਵਾਂਗੂ ਆਉਣ। ਇਹ ਐਵੇਂ ਜਿਵੇਂ ਗਊਆਂ ਨੂੰ ਮਿੱਠਾ ਮਿੱਠਾ ਚਾਰਾ ਹਰਾ ਹਰਾ ਪਾਇਆ ਜਾਂਦਾ, ਉਹ ਖਾ ਕੇ ਕਹਿ ਦੇਣ ਕੰਨ ਹਿਲਾ ਕੇ ਚਲੇ ਜਾਣ ਤੇ ਜੋ ਵੀ ਹੈ 7 ਵਚਨ ਕਰਨ। ਇਸ ਤਰ੍ਹਾਂ ਨਹੀਂ ਹੈ। ਇਸ ਨੂੰ ਚੰਗੇ ਢੰਗ ਨਾਲ ਸੋਚੋ ਕਿ ਜੇ ਏਡੇ ਵੱਡੇ ਪੱਧਰ ਤੇ ਇਕੱਲੇ ਕਿਸਾਨ ਨਹੀਂ, ਸਮੁੱਚਾ ਪੰਜਾਬ ਹਰਿਆਣਾ ਸਾਰੇ ਲਾਗੇ ਆ ਜੁਟੇ ਹੋਏ ਆ, ਤਾਂ ਉਹਨਾਂ ਦੀ ਕੋਈ ਜੈਨੂਅਨ ਤਕਲੀਫ ਹੈਗੀ ਆ। ਉਸ ਨੂੰ ਖੁੱਲੇ ਮਨ ਦੇ ਨਾਲ ਤੁਸੀਂ ਆਧਾਰ ਦੇ ਉੱਤੇ ਤੁਹਾਡੇ ਕੋਲ ਇੰਨੀਆਂ ਏਜੰਸੀਆਂ IB CBI ਕਿਹੜੀਆਂ ਇੰਟੈਲੀਜੈਂਸ ਘੱਟੋ ਘੱਟ ਦਰਜਨਾਂ ਏਜੰਸੀਆਂ ਹੈਗੀਆਂ, ਸਾਰਿਆਂ ਨੂੰ ਬੁਲਾ ਕੇ ਝਾੜ ਝੰਬ ਕਰੋ ਕਿ ਇੱਕ ਤੇ ਤੁਸੀਂ ਵੇਲੇ ਸਰ ਸਾਨੂੰ ਕਿਉਂ ਨਹੀਂ ਦੱਸਿਆ, ਤੁਸੀਂ ਸਰਕਾਰੀ ਪੈਸੇ ਤੇ ਪਲਦੇ ਆ ਤੇ ਤੁਸੀਂ ਸਰਕਾਰ ਨੂੰ ਵੇਲੇ ਸਿਰ ਫੀਡਬੈਕ ਕਿਉਂ ਨਹੀਂ ਦਿੱਤੀ। ਉਹਨਾਂ ਦੇ ਆਪਣੇ ਲੀਡਰਾਂ ਨੇ ਵੀ ਨਹੀਂ ਦਿੱਤੀ। ਜਿਹੜੇ ਇੱਥੇ ਦੇ ਪੰਜਾਬ ਦੇ ਲੀਡਰ ਸੀ ਜਾ ਕੇ ਸਭ ਅੱਛਾ ਕਰੀ ਗਏ ਕਿ ਅਸੀਂ ਸਮਝਾ ਲਾਂਗੇ ਜੀ, ਸਮਝਾ ਲਾਂਗੇ। ਸਮਝਾ ਤੇ ਤਾਂ ਲਓਗੇ ਜੇ ਤੁਹਾਡੇ ਅੱਲੇ ਪੱਲੇ ਕੁਛ ਹੈਗਾ, ਜੇ ਤੁਸੀਂ ਸੱਚ ਦੇ ਪਾਸੇ ਖੜੇ ਆ। ਜੇ ਤੁਸੀਂ ਖੜੇ ਹੀ ਝੂਠ ਦੇ ਕੁਤਬ ਮਨਾਰ ਤੇ ਚੜੇ ਆ ਤਾਂ ਫਿਰ ਝੂਠ ਹੀ ਉੱਥੋਂ ਨਿਕਲਣਾ। ਤੇ ਉਸ ਲਈ ਇਹ ਸਾਰਾ ਕੁਛ ਮਿਲਾ ਕੇ ਜੇ ਅੱਜ ਦੇ ਪਹੁੰਚਣਿਆਂ ਨੂੰ ਮੂਵਮੈਂਟ ਪਹੁੰਚੀ ਹੈ ਜਿੱਥੇ ਇੱਕ ਜਮੂਦ ਸਟੇਲਮੇਟ ਹੋਇਆ ਤਾਂ ਉਸ ਤੋਂ ਬਾਹਰ ਆਉਣ ਲਈ ਹੁਣ ਸਰਕਾਰ ਨੂੰ ਕਾਫੀ ਵੱਡਾ ਉਪਰਾਲਾ ਕਰਨਾ ਪਊਗਾ। ਕਿਸਾਨ ਤੇ ਬੈਠੇ ਆ ਜੋ ਤੇ ਜਦੋਂ ਆ ਹੀ ਗਏ ਉਹਨਾਂ ਨੇ ਤੇ ਇੱਕ ਨਾ ਛੋਟੀ ਜਿਹੀ ਸਟੋਰੀ ਸੁਣਾਉਂਦੇ ਤੇ ਮੇਰਾ ਬੜਾ ਮਨ ਬਾਹਰ ਰੋਜ਼ ਹੀ ਕਰਦਾ ਕਿ ਉਹ ਜ਼ਰੂਰ ਸੁਣਾਵਾਂ। ਉਹ ਬੜੀ ਇੰਪੋਰਟੈਂਟ ਆ। ਉਹ ਗੋ ਦੇ ਪਿੱਛੇ ਜਿਹੜਾ ਜੈਕਾਲ ਜਿਹਨੂੰ ਕਹਿੰਦੇ ਆ ਗਿੱਦੜ ਪੈ ਗਿਆ ਤੇ ਗੋ ਤੇ ਵਿਚਾਰੀ ਕੋ ਭੱਜਿਆ ਨਾ ਜਾਵੇ। ਉਹਨੇ ਅੱਗੇ ਫਲਾਹ ਦਾ ਦਰਖਤ ਦੇਖਿਆ, ਉਹਦੇ ਤੇ ਚੜ ਗਈ। ਉਹਨੇ ਕਿਹਾ ਮੈਂ ਹੁਣ ਵਾਰ ਆਫ ਵੇਟਸ ਆ ਵੀ ਇਹ ਤੋਂ ਬਚਣਾ ਆ, ਇਹੋ ਲੜਾਈ ਆ ਨਾ ਕਿ ਉਹਦੀ ਜਾਨ ਆ।
ਉਹਨੇ ਉੱਪਰੋਂ ਸੁਨੇਹਾ ਦਿੱਤਾ ਵੀ ਜਦੋਂ ਗੋਹਾਂ ਚੜਨ ਫਲਾਈ ਤੇ ਉਤਰਨ ਛਮਾਹੀ, ਵੀ ਜਦੋਂ ਗੋਹਾਂ ਫਲਾਹ ਤੇ ਚੜ ਜਾਂਦੀਆਂ, ਫਲਾਹ ਦਾ ਦਰਖਤ ਸੀਗਾ, ਕਿ ਉਹ ਫਿਰ 6 ਮਹੀਨਿਆਂ ਬਾਅਦ ਉਤਰਦੀਆਂ, ਵੀ ਤੂੰ ਥੱਲੇ ਭੱਜ ਜਾ, ਤੂੰ ਇੱਥੇ ਕੁਛ ਨਹੀਂ ਤੇਰਾ ਬਣਨਾ, ਮੈਂ ਤੇ ਹੁਣ 6 ਮਹੀਨੇ ਆ, ਤੂੰ ਭੁੱਖਾ ਮਰ ਜਾਏਗਾ। ਉਹਨੇ ਸੋਚਿਆ ਇਹ ਤੇ ਬੜੀ ਮੇਰੇ ਨਾਲ ਇਹਨੇ ਬਕੌਲੀ ਕੀਤੀ ਆ ਗੋਹ ਨੇ, ਇਹਨੂੰ ਮੈਂ ਹੁਣੇ ਹੀ ਮਜ਼ਾ ਸਿਖਾਉਣਾ। ਉਹ ਕਹਿੰਦਾ ਆ ਓਏ ਜੰਬੂ ਲਾ ਦੇ 12 ਸਾਲ ਦਾ ਤੰਬੂ। ਉਹ ਕਹਿੰਦਾ ਜੇ ਤੂੰ 6 ਮਹੀਨੇ ਉਤਰੇਂਗੀ ਤੇ ਮੈਂ 12 ਸਾਲ ਦਾ ਥੱਲੇ ਤੰਬੂ ਲਾ ਕੇ ਬੈਠ ਗਿਆ, ਉਦੋਂ ਤੱਕ ਨਹੀਂ ਜਾਂਦਾ ਜਦੋਂ ਤੱਕ ਤੂੰ ਉਤਰੇਗੀ ਨਹੀਂ ਤੇ ਤੈਨੂੰ ਮੈਂ ਫੜਦਾ ਨਹੀਂ। ਇਹਨੂੰ ਕਹਿੰਦੇ ਵਾਰ ਆਫ ਵਿਟਸ, ਇੱਕ ਦੂਜੇ ਨੂੰ ਪੈਰਾਂ ਤੋਂ ਕੱਢਣਾ। ਅਜੇ ਤੱਕ ਤੇ ਇਹੀ ਚੱਲ ਰਿਹਾ। ਸਰਕਾਰ ਆਪਣੀ ਵੱਲੋਂ ਕਹਿ ਰਹੀ ਹੈ ਲਓ ਜੀ ਹੋ ਗਿਆ ਜੀ, ਗੱਲ ਹੀ ਕੁਛ ਨਹੀਂ ਜੀ, 50% ਕਰਤਾ ਜੀ। ਔਰ ਦੂਜੇ ਪਾਸੇ ਜਿਹੜਾ ਉਹ ਕਿਸਾਨ ਕਹਿੰਦੇ ਅਜੇ, ਕੋਈ ਕਹਿੰਦਾ 10% ਕੀਤਾ, ਕੋਈ ਕਹਿੰਦੇ ਵੱਧ ਤੋਂ ਵੱਧ, ਜਿਹੜੇ ਜ਼ਿਆਦਾ ਥੋੜੇ ਜਿਹੇ ਖੁੱਲੇ ਤੇ ਖਿਆਲ ਦੇ ਆ ਉਹ ਕਹਿੰਦੇ 25% ਹੋਇਆ। ਬਾਕੀ ਦੇ ਤੇ ਇਹ ਕਹਿੰਦੇ ਵੀ ਅਜੇ ਮੁੱਖ ਗੱਲਾਂ ਨਹੀਂ ਆ। ਅਸਲੀਅਤ ਇਹ ਹੈ ਕਿ ਜਿਸ ਮੁੱਦੇ ਤੇ ਮੂਵਮੈਂਟ ਖੜੀ ਹੈ ਉਹਦੇ ਤੋਂ ਅਜੇ ਪਿੱਛੇ ਨਹੀਂ ਹਟੇ, ਹਟਣ ਦੀ ਤਿਆਰੀ ਤੇ ਜ਼ਰੂਰ ਕਰ ਰਹੇ ਆ, ਮਨ ਬਣਾ ਰਹੇ ਆ, ਪਰ ਹਿੰਮਤ ਨਹੀਂ ਪੈ ਰਹੀ। ਪਿੱਛੇ ਜਿਹੜੇ ਅਡਾਨੀ ਅਬਾਨੀ ਖਿੱਚ ਬੈਠੇ ਹੋਏ ਆ ਲੈ ਕੇ, ਐਨ ਪਤਾ ਨਹੀਂ ਕੀ ਲੈ ਕੇ ਬੈਠੇ, ਜੇ ਤੋਂ ਇੰਨਾ ਡਰਦੇ, ਕਿਹੜਾ ਸੱਪ ਫੜਿਆ ਉਹਨਾਂ ਨੇ ਹੱਥ 'ਚ ਜਿਹੜਾ ਮੜ ਜਾ ਦਿਖਾ ਦਿੰਦੇ, ਇਹਨਾਂ ਨੂੰ ਵੀ ਫੇਰ ਭੱਜ ਲੈਂਦੇ ਆ। ਉਹ ਜਿਹੜੇ ਪਿੱਛੇ ਬੈਠੇ ਆ ਉਹ ਇਹਨਾਂ ਨੂੰ ਅੱਗੇ ਆ ਕੇ ਇਮਾਨਦਾਰੀ ਨਾਲ ਇਨਸਾਫ ਪਸੰਦੀ ਦੀ ਗੱਲ ਨਹੀਂ ਕਰਨ ਦਿੰਦੇ। ਫਿਰ ਆਉਂਦੇ ਆ ਫਿਰ ਭੱਜ ਲੈਂਦੇ, ਆਉਂਦੇ ਆ ਫਿਰ ਭੱਜ ਲੈਂਦੇ ਆ। ਇਸੇ ਕਰਕੇ ਕਿਸਾਨ ਵੀਰਾਂ ਨੇ ਅੱਜ ਆਪਣਾ ਡਿਟੇਲ ਪ੍ਰੋਗਰਾਮ ਦੇ ਦੇਣਾ। ਕੱਲ ਕੁਝ ਦਿੱਤਾ ਵੀ ਹੈਗਾ, 18 ਤਰੀਕ ਦਾ ਪ੍ਰੋਗਰਾਮ ਵਿਮਨ ਦੇ ਹੱਕ ਵਿੱਚ ਉੱਥੇ ਮਨਾਇਆ ਜਾਊਗਾ। ਇਸ ਤਰੀਕੇ ਨਾਲ 23 ਤਰੀਕ ਦਾ ਚੰਦਰ ਸ਼ੇਖਰ ਬੋਸ ਦੇ ਜਿਹੜੇ ਹੱਕ ਦੇ ਵਿੱਚ ਉੱਥੇ ਪ੍ਰੋਗਰਾਮ ਉਹਨਾਂ ਦੇ ਨਾਂ ਨੂੰ ਯਾਦ ਕਰਕੇ ਕੀਤਾ ਜਾਊਗਾ। ਇਸ ਕਿਸਮ ਦੇ ਕਾਫੀ ਪ੍ਰੋਗਰਾਮ ਉਹਨਾਂ ਨੇ ਡਿਟੇਲ 2 ਹਫ਼ਤਿਆਂ ਦੇ 6 ਤਰੀਕ ਤੋਂ ਲੈ ਕੇ ਤੇ 20 ਤਰੀਕ ਤੱਕ ਦੇ ਡਿਟੇਲ ਪ੍ਰੋਗਰਾਮ ਕੱਲ ਮੈਂ ਟੀਵੀ ਤੇ ਸੁਣ ਰਿਹਾ ਸੀਗਾ, ਜੋਗਿੰਦਰ ਯਾਦਵ ਜੀ ਉਹ ਦੱਸ ਰਹੇ ਸੀਗੇ। ਤੇ ਕਿਸਾਨ ਵੀ ਹੁਣ ਇਹ ਗੱਲ ਸਮਝ ਲਓ ਕਿ ਉਹ ਇਸ ਕੰਮ ਲਈ ਨਹੀਂ ਗਏ ਕਿ ਹੁਣ ਉਹ ਪਿੱਛੇ ਹਟਣਗੇ। ਇਹ ਸਰਕਾਰ ਜਿੰਨੀ ਜਲਦੀ ਸਮਝ ਲੂਗੀ, ਭਾਵੇਂ ਤੋਮਰ ਜੀ ਹੋਣ, ਭਾਵੇਂ ਉਹ ਪਿਊਸ਼ ਗੋਇਲ ਹੋਵੇ, ਭਾਵੇਂ ਸੋਮ ਪ੍ਰਕਾਸ਼ ਹੋਵੇ, ਭਾਵੇਂ ਪੰਜਾਬ ਦੇ ਬੀਜੇਪੀ ਦੇ ਲੀਡਰ ਹੋਣ, ਇਹ ਸਮੁੱਚੇ ਲੀਡਰਸ਼ਿਪ ਔਰ ਮੋਦੀ ਜੀ ਖਾਸ ਕਰਕੇ ਸਮਝ ਲੈਣ ਕਿ ਕਿਸਾਨਾਂ ਨੇ ਹੁਣ ਘਰ ਇਹ ਕਾਨੂੰਨ ਵਾਪਸ ਕੀਤਿਆਂ ਬਗੈਰ ਨਹੀਂ ਜਾਣਾ। ਜਿੰਨੀ ਦੇਰੀ ਕਰੋਗੇ ਉਹਨੇ ਨਵੇਂ ਵੀ ਪੰਗੇ ਨਿਕਲ ਸਕਦੇ ਆ। ਨਵੇਂ ਪੰਗੇ ਦਾ ਮਤਲਬ ਕਿ ਇਹਨਾਂ ਦਾ ਰਾਜਨੀਤਿਕ ਆਧਾਰ ਤੇ ਖੁੱਸੂਗਾ ਹੀ ਖੁੱਸੂਗਾ, ਨਾਲ ਕੋਈ ਨਵੀਆਂ 4 ਮੰਗਾਂ ਜੁੜ ਸਕਦੀਆਂ ਹੋਰ। ਉਹ ਕਿਉਂ ਜਿਹੜੇ ਅਲੱਗ-ਅਲੱਗ ਸੂਬਿਆਂ ਦੇ ਵੱਡੇ ਪੱਧਰ ਤੇ ਕਿਸਾਨ ਸ਼ਾਮਲ ਹੋ ਰਹੇ ਆ ਸਵਾਤੀ, ਉਹਨਾਂ ਕਿਸਾਨਾਂ ਦੀਆਂ ਆਪਣੀਆਂ ਵੀ ਕੁਝ ਖਾਸ ਕਿਸਮ ਦੀਆਂ ਮੰਗਾਂ, ਔਰ ਖਾਸ ਕਰਕੇ ਜਦੋਂ ਪੇਚਾ ਪੈਣਾ ਜਿੱਥੇ ਸਾਰੇ ਸਮੁੱਚੇ ਪੰਜਾਬ ਦੇਸ਼ ਦੇ ਕਿਸਾਨ ਇੱਕ ਪਾਸੇ ਤੇ ਬੀਜੇਪੀ ਦੀ ਸਰਕਾਰ ਕੇਂਦਰ ਵਿੱਚ ਦੂਜੇ ਪਾਸੇ, ਉਹ ਪੈਣਾ ਜਦੋਂ ਇਹਨਾਂ ਨੇ ਕਹਿਣਾ ਕਿ MSP ਨੂੰ ਸਾਨੂੰ ਕਾਨੂੰਨੀ ਅਧਿਕਾਰ ਦਿਓ, ਨਹੀਂ ਤੇ ਅਸੀਂ ਨਹੀਂ ਤੁਹਾਡੀਆਂ ਗੱਲਾਂ ਚਾਹੁੰਦੇ। ਤੁਹਾਡੀਆਂ ਗੱਲਾਂ ਤੇ ਹੈ ਹੀ ਮੋਮੋ ਠੱਗਣੀਆਂ, ਤੁਸੀਂ ਗਪੌੜ ਸੰਖ ਹੈਗੇ ਆ। ਸੁਬਾਹ ਸਵੇਰੇ ਹੀ ਫੈਸਲਾ ਕਰ ਲੈਂਦੇ ਕਿ ਅੱਜ 20 ਗੱਪਾਂ ਮਾਰਨੀਆਂ ਜਾਂ 40 ਗੱਪਾਂ ਮਾਰਨੀਆਂ। ਉਹ ਪ੍ਰਧਾਨ ਮੰਤਰੀ ਤੋਂ ਲੈ ਕੇ ਥੱਲੇ ਤੱਕ ਪੂਰੀ ਟ੍ਰੇਨਿੰਗ ਆ ਗੱਪਾਂ ਮਾਰਨ ਦੀ ਸਵਾਤੀ। ਤੇ ਉਹ ਗੱਪਾਂ ਦਾ ਜਿਹੜਾ ਗਪੌੜ ਲੋਕਗੇ ਤਰੀਕੇ ਨਾਲ ਹੁਣ ਆਪਣੀ ਤੱਕੜੀ 'ਚ ਤੋਲ ਕੇ ਦੇਖ ਲਿਆ। ਹੁਣ ਤੇ ਇਹ ਜਿਹਨੂੰ ਪਾਸ਼ ਕਹਿੰਦਾ ਸੀ ਹੁਣ ਘਰਾਂ ਨੂੰ ਪਰਤਣਾ ਮੁਸ਼ਕਲ, ਇਹ ਲੜਾਕੂ ਯੋਧੇ ਨਿਕਲ ਗਏ ਆ। ਉਹ ਬਿਨਾਂ ਜਿੱਤ ਦੇ ਨਗਾਰੇ ਵੱਜਦਿਆਂ ਤੋਂ ਉਹ ਪਿੱਛੇ ਨਹੀਂ ਮੁੜਨ ਵਾਲੇ। ਇਸ ਲਈ ਛੇਤੀ ਤੋਂ ਛੇਤੀ ਜੋ ਫੈਸਲਾ ਕਰ ਲਿਆ ਜਾਏ, 4 ਨੂੰ ਕਰ ਲਓ, 6 ਨੂੰ ਕਰ ਲਓ। ਜੇ ਨਹੀਂ ਕੀਤਾ ਤਾਂ 6 ਤਰੀਕ ਨੂੰ ਜਿਹੜਾ ਸਾਰੇ ਦਿੱਲੀ ਦੇ ਚਾਰੇ ਦੁਆਲੇ ਇਹ ਟਰੈਕਟਰ ਜਿਹੜੇ ਆ 26 ਮਾਰਚ ਵਾਲਾ ਮਾਰਚ ਪਹਿਲਾਂ ਹੀ ਕੱਢ ਦੇਣਗੇ, 6 ਤਰੀਕ ਨੂੰ ਹੀ ਕੱਢ ਦੇਣਗੇ, 20 ਦਿਨ ਪਹਿਲਾਂ। ਹਾਂਜੀ ਸਵਾਤੀ ਜੀ, ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਅੰਦੋਲਨਕਾਰੀਆਂ ਨੂੰ ਕਿ ਉਹ ਕਾਨੂੰਨ ਹੱਥਾਂ ਵਿੱਚ ਨਾ ਲੈਣ। ਉਹਨਾਂ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ ਅਤੇ ਨਾਲ ਹੀ ਉਹਨਾਂ ਕਿਸਾਨੀ ਸੰਘਰਸ਼ ਵਿੱਚ ਜੋ ਸ਼ਾਂਤਮਈ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੀ ਘੋਸ਼ਣਾ ਕੀਤੀ ਹੈ। ਦੇਖੋ, ਇਸ ਵਿੱਚ ਕੋਈ ਦੋ ਰਾਏ ਨਹੀਂ। ਆਪਣੀਆਂ ਕਮੀਆਂ ਲਿਮਿਟੇਸ਼ਨ ਦੇ ਬਾਵਜੂਦ ਵੀ ਕੈਪਟਨ ਸਰਕਾਰ ਨੇ ਘੱਟੋ ਘੱਟ ਜੇ ਹੱਕ 'ਚ ਬਹੁਤਾ ਨਹੀਂ ਕੀਤਾ ਤੇ ਇਹ ਤੇ ਕਹਿ ਸਕਦੇ ਕਿ ਸਰਕਾਰਾਂ ਜਿਵੇਂ ਡੰਡੇ ਚਲਾਉਂਦੀਆਂ, ਕੇਸ ਬਣਾਉਂਦੀਆਂ, ਉਹ ਵਿਰੋਧਤਾ ਬਿਲਕੁਲ ਨਹੀਂ ਕੀਤੀ। ਮਾੜੀ ਮੋਟੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆ, ਮੀਟਿੰਗਾਂ ਪਿਆਰ ਨਾਲ ਕੀਤੀਆਂ, ਇੱਕ ਕਮੇਟੀ ਬਣਾਤੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ, ਉਹ ਜਾਣੀ ਆਪ ਕਿਸਾਨਾਂ ਕੋਲ ਜਾ ਕੇ, ਕਦੀ ਸਰਕਾਰ ਨਹੀਂ ਇੰਜ ਕਰਦੀ ਹੁੰਦੀ, ਆਪ ਕਿਸਾਨ ਭਵਨ 'ਚ ਜਾ ਕੇ ਉਹਨਾਂ ਨੂੰ ਮਿਲ ਕੇ ਵਿੱਚ ਮੀਡੀਏਟ ਕਰਕੇ
ਗੱਲਾਂ ਬਾਤਾਂ ਦਾ ਜਿਹੜਾ ਉਹ ਜਿੰਨਾ ਕੁ ਵੀ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਦੇ ਵੱਸ ਬਣਦਾ ਸੀ ਉਹ ਕੋਸ਼ਿਸ਼ਾਂ ਕਰਦੇ ਰਹੇ। ਉਹਦੇ ਵਿੱਚ ਕਈ ਬਿਊਰੋਕਰੈਟ ਵੀ, ਜੈਸੇ ਮੈਨੂੰ ਨਾਂ ਲੈਣ 'ਚ ਕੋਈ ਹਰਜ ਨਹੀਂ ਹੈ, ਬਲਵਿੰਦਰ ਸਿੰਘ ਸਿੱਧੂ ਐਗਰੀਕਲਚਰ ਕਮਿਸ਼ਨਰ ਬੜੇ ਸੁਲਝੇ ਹੋਏ ਆ, ਉਹਨਾਂ ਦਾ ਵੀ ਬੜੀ ਅਹਿਮ ਭੂਮਿਕਾ। ਅੱਜ ਵੀ ਉਹਨਾਂ ਨੇ ਇੱਕ ਆਰਟੀਕਲ ਵੀ ਲਿਖਿਆ ਆ ਪੇਪਰ ਦੇ ਵਿੱਚ, ਪੰਜਾਬੀ ਟ੍ਰਿਬਿਊਨ 'ਚ। ਇਹ ਸਾਰੇ ਕੁੱਲ ਮਿਲਾ ਕੇ ਲਗਾਤਾਰ ਲੱਗੇ ਆ ਕਿ ਮਸਲੇ ਦਾ ਐਮੀਕੇਬਲੀ ਹੱਲ ਕੋਈ ਹੋਵੇ ਤੇ ਕਿਸਾਨਾਂ ਦੇ ਹੱਕ ਵਿੱਚ ਹੋਏ, ਉਹਨਾਂ ਨੂੰ ਕਸਾਰਾ ਨਾ ਲੱਗੇ। ਅਸੈਂਬਲੀ ਦਾ ਸੈਸ਼ਨ ਸੱਦਣਾ, ਕਾਨੂੰਨਾਂ ਨੂੰ ਰਿਜੈਕਟ, ਉਹ ਵੀ ਇੱਕ ਕੈਪਟਨ ਦੇ ਸਾਹਿਬ ਦੇ ਕ੍ਰੈਡਿਟ 'ਚ ਜਾਂਦਾ। ਇਸ ਲਈ ਆਪਾਂ ਨੂੰ ਬਹੁਤੇ ਫਰੰਟ ਨਹੀਂ ਖੋਲਣੇ ਚਾਹੀਦੇ। ਸਾਡੇ ਲਈ ਇਸ ਵੇਲੇ ਸਿਰਫ ਤੇ ਸਿਰਫ ਦਿੱਲੀ ਦੀ ਸਰਕਾਰ ਆ, ਉਹ ਸਾਡੀ ਮੱਛੀ ਦੀ ਅੱਖ ਵਾਂਗੂ ਉੱਥੇ ਨਿਸ਼ਾਨਾ ਹੋਣਾ ਚਾਹੀਦਾ। ਪੰਜਾਬ ਦੇ ਅੰਦਰ ਦੇਖੋ ਪ੍ਰੋਟੈਸਟ ਚੱਲਦੇ ਰਹਿਣੇ ਚਾਹੀਦੇ ਆ, ਤਾਂ ਹੀ ਉਹਦੀ ਸਾਰੀ ਇੰਟੈਲੀਜੈਂਸ ਦੀਆਂ ਰਿਪੋਰਟਾਂ ਦਿੱਲੀ ਜਾਣਗੀਆਂ ਕਿ ਦੇਖੋ ਲੋਕ ਬਿਲਕੁਲ ਘਰਾਂ ਨੂੰ ਜਾਣ ਲਈ ਤਿਆਰ ਨਹੀਂ ਹੈ, ਜਿੱਥੇ ਜਿੰਨਾ ਕਰ ਸਕਦਾ ਉਹ ਲੱਗੇ ਹੋਏ ਆ। ਔਰ ਜਿਹੜੇ ਇਹਨਾਂ ਦੇ ਖਾਸ ਚਹੇਤੇ ਕਾਰਪੋਰੇਟ ਆ, ਉਹਨਾਂ ਦਾ ਵੀ ਨੱਕ 'ਚ ਦਮ ਉਸੇ ਤਰ੍ਹਾਂ ਕੀਤਾ ਹੋਇਆ। ਉਹ ਬਾਰ-ਬਾਰ ਉਹਨਾਂ ਦੇ ਸਾਰੇ ਭਾਵੇਂ ਟੋਲ ਪਲਾਜ਼ਾ ਹੈਗੇ ਆ, ਭਾਵੇਂ ਜਿਹੜੇ ਵੀ ਉਹਨਾਂ ਦੇ ਮਾਲ ਹੈ, ਹੋਰ ਵੀ ਜੀਓ ਜੇ ਉਹ ਸਾਰਿਆਂ ਨੂੰ ਕਿਤੇ ਨਾ ਕਿਤੇ ਉਹਨਾਂ ਨੂੰ ਸੇਕ ਪਹੁੰਚਾ ਰਹੇ ਆ, ਕਸਾਰਾ ਲਾ ਰਹੇ ਆ, ਤਾਂ ਕਿ ਜਿਹੜੇ ਇਹਨਾਂ ਦੇ ਆਕਾ ਹੈਗੇ ਆ ਮੋਦੀ ਜੀ ਦੇ, ਅਮਿਤ ਸ਼ਾਹ ਦੇ, ਜਿਨ੍ਹਾਂ ਦੇ ਕਰਕੇ ਸਾਰਾ ਬਵਾਲ ਸਿਆਪਾ ਖੜਾ ਹੋਇਆ, ਉਸ ਨੂੰ ਉਹ ਸੇਕ ਲੱਗੇ ਤੇ ਉਹ ਵੀ ਕਹਿ ਦੇਣ ਕਿ ਮੋਦੀ ਜੀ ਹੁਣ ਬਸ ਕਰੋ, ਸਾਡਾ ਤੇ ਬਿਜ਼ਨਸ ਵੀ ਚੱਲਿਆ। ਇਹ ਇਹਦੀ ਸਾਰੀ ਸਟ੍ਰੈਟਜੀ ਹੈ। ਪਰ ਕਈ ਜਗ੍ਹਾ ਜਿਹੜੀ ਦੁੱਖ ਦੀ ਗੱਲ ਹੈ, ਜਿਹੜੀ ਕੈਪਟਨ ਸਾਹਿਬ ਨੇ ਕਿਹਾ, ਉਹ ਬਿਲਕੁਲ ਠੀਕ ਹੈ। ਕਈ ਵਾਰੀ ਅਸੀਂ ਲੋੜ ਤੋਂ ਵੱਧ ਤਤਪਰਤਾ ਤੇ ਜੋਸ਼ ਦਿਖਾ ਰਹੇ ਹਾਂ, ਉਹ ਸਾਨੂੰ ਮਹਿੰਗਾ ਪੈ ਸਕਦਾ। ਮੈਂ ਸਾਫ਼ ਗੱਲ ਕਹਿਣਾ, ਮੇਰੇ ਜਿਹੜੇ ਵੀ ਵੀਰ ਕਾਰਕੁਨ, ਐਕਟਿਵਿਸਟ, ਖਾਸ ਕਰਕੇ ਨੌਜਵਾਨ ਉਹ ਹੈਗੇ ਆ, ਉਹ ਕਿਸੇ ਵੀ ਤਰੀਕੇ ਨਾਲ ਵਾਇਲੈਂਟ ਨਾ ਕਰਨ। ਜੇ ਉਹਨਾਂ ਨੇ ਧੱਕੇਸ਼ਾਹੀ ਵਾਲਾ ਕੀਤਾ, ਦੇਖੋ ਇਹ ਸੰਵਿਧਾਨ ਦੇ ਵਿੱਚ ਅਸੀਂ ਕੀ ਗੱਲ ਕਹਿ ਰਹੇ ਹਾਂ, ਸਾਡਾ ਇੱਥੇ ਜੀਣ ਦਾ ਇੱਕ ਸਵੈ ਅਭਿਮਾਨ ਨਾਲ ਜੀਣ ਦਾ ਸੰਵਿਧਾਨ ਦੇ ਵਿੱਚ ਫੰਡਾਮੈਂਟਲ ਰਾਈਟਸ ਦੇ ਮੁਤਾਬਕ ਸਾਡਾ ਹੱਕ ਆ, ਸਾਡਾ ਬੋਲਣ ਦਾ ਹੱਕ ਆ, ਸਾਡਾ ਪ੍ਰੋਟੈਸਟ ਕਰਨ ਦਾ ਹੱਕ ਆ। ਤੁਸੀਂ ਸਾਡੇ ਉੱਤੇ UAPA ਵਰਗੇ ਖੁੰਖਾਰ ਕਾਨੂੰਨ ਜਿਹੜੇ ਆ, ਮਾਨਵਵਾਦੀ ਹਨਨ ਕਰਨ ਵਾਲੇ ਕਾਨੂੰਨ ਆ, ਕਿਉਂ ਲਾਗੂ ਕਰਦੇ ਨੇ, ਕਿਉਂ ਸਾਨੂੰ ਜੇਲ੍ਹਾਂ ਛੁੱਟਦੇ ਨੇ? ਇਹ ਸਾਡੀ ਲਗਾਤਾਰ ਮੰਗ ਹੁੰਦੀ ਹੈ। ਈਵਨ ਕਿਸਾਨ ਯੂਨੀਅਨਾਂ ਨੇ ਵੀ ਉੱਥੇ ਟਿਕਰੀ ਬਾਰਡਰ ਤੇ ਬੈਠ ਕੇ ਵੀ ਜਿਹੜੇ ਹਿਊਮਨ ਰਾਈਟਸ ਵਾਲੇ ਦਿਨ ਇਸ ਗੱਲ ਦਾ ਪ੍ਰਦਰਸ਼ਨ ਕੀਤਾ ਕਿ ਬਹੁਤ ਸਾਰੇ ਦੇਸ਼ ਦੇ ਬੋਲਣ ਵਾਲੇ ਲੋਕ ਹੇਤੂ ਇੰਟੈਲੈਕਚੁਅਲ ਨੂੰ ਤੁਸੀਂ ਜੇਲ੍ਹਾਂ ਵਿੱਚ ਕਿਉਂ ਸੁੱਟਿਆ ਹੋਇਆ? ਜੇ ਅਸੀਂ ਆਪਣੇ ਲਈ ਇਹ ਮੰਗ ਕਰਦੇ ਹਾਂ ਕਿ ਸਾਨੂੰ ਬੋਲਣ ਦੀ, ਪ੍ਰੋਟੈਸਟ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਤਾਂ ਫਿਰ ਆਪਾਂ ਦੂਜੀਆਂ ਪਾਰਟੀਆਂ, ਸਾਨੂੰ ਭਾਵੇਂ ਜ਼ਹਿਰ ਵਰਗੀ ਪਾਰਟੀ ਲੱਗੇ, ਭਾਵੇਂ ਉਹ ਸੱਪਾਂ ਦੀ ਪਾਰਟੀ ਲੱਗੇ, ਉਹਨਾਂ ਨੂੰ ਵੀ ਕਰਨ ਦੇਣਾ ਚਾਹੀਦਾ, ਕਿਉਂਕਿ ਉਹਦਾ ਸਾਨੂੰ ਫਾਇਦਾ ਕਿ ਤਾਂ ਕਿ ਸਾਡੇ ਕਲੇਮ ਫਿਰ ਵੱਡੇ ਬਣਦੇ ਆ। ਜਿਹੜਾ ਬਠਿੰਡੇ ਵਿੱਚ ਕੁਰਸੀਆਂ ਤੋੜਨਾ ਜਾਂ ਹੋਰ ਕੁਝ ਕਰ ਦੇਣਾ, ਜਾਂ ਕਿਸੇ ਦੇ ਮੰਦਿਰ 'ਚ ਮੀਟਿੰਗ ਹੁੰਦੀ ਆ ਉੱਥੇ, ਜਾਂ ਦੇਖੋ ਬਾਹਰ ਖੜੇ ਹੋ ਕੇ ਪ੍ਰੋਟੈਸਟ ਕਰੋ, ਕਾਲੀਆਂ ਝੰਡੀਆਂ ਲਾਓ, ਪ੍ਰੋਟੈਸਟ ਕਰੋ, ਪਰ ਜੇ ਕੋਈ ਮੀਟਿੰਗ ਕਰਦਾ, ਜਲਸਾ ਜਲੂਸ ਕਰਦਾ, ਉਹਨੂੰ ਕਰਨ ਦਿਓ। ਝੂਠ ਦੇ ਕੋਈ ਪੈਰ ਨਹੀਂ ਹੁੰਦੇ, ਉਹਨਾਂ ਦੇ ਜਲਸਿਆਂ 'ਚ ਕਿਸੇ ਨੇ ਨਹੀਂ ਆਉਣਾ। ਉਹਨਾਂ ਦੇ ਜੇ ਉਹ ਕਰ ਜਾਣਗੇ, ਉਹਨਾਂ ਕੋਲ ਕੋਈ ਖਬਰ ਲਵਾਉਣ ਵਾਲੀ ਚੀਜ਼ ਵੀ ਨਹੀਂ ਹੋਊਗੀ। ਖਬਰ ਤੁਹਾਡੀ ਵਿਰੋਧੀ ਪਾਰਟੀ ਦੀ, BJP ਦੀ ਖਾਸ ਕਰਕੇ ਉਦੋਂ ਲੱਗੂਗੀ ਜਦੋਂ ਤੁਸੀਂ ਉਹਨਾਂ ਦੇ ਕੋਈ ਹਮਲਾ ਕਰੋਗੇ, ਤੇ ਖਬਰ ਤੁਹਾਨੂੰ ਡੈਮੇਜ ਕਰਨ ਵਾਲੀ, ਬਦਨਾਮੀ ਕਰਨ ਵਾਲੀ ਲੱਗੂਗੀ। ਇਸ ਲਈ ਜਿਹੜਾ ਕੈਪਟਨ ਸਾਹਿਬ ਨੇ ਕਿਹਾ, ਮੈਂ ਇਸ ਕਰਕੇ ਨਹੀਂ ਕਿ ਉਹ ਕਾਂਗਰਸ ਦੇ ਕਿਸੇ ਮਹਾਰਾਜ ਜੀ ਨੇ ਕਿਹਾ, ਮੇਰਾ ਤੇ ਇਹੋ ਜਿਹਾ ਕਿਸੇ ਤੇ ਕੋਈ ਵਿਸ਼ਵਾਸ ਨਹੀਂ, ਪਰ ਉਹਨਾਂ ਦਾ ਜਿਹੜਾ ਇਹ ਕਹਿਣਾ ਆ ਉਹ ਮੂਵਮੈਂਟ ਦੇ ਹੱਕ ਵਿੱਚ ਆ, ਤਾਂ ਕਿ ਸਰਕਾਰ ਵੀ ਥੋੜੀ ਜੀ ਆਪਣੇ ਕੰਫਰਟੇਬਲ ਰਹੇ। ਨਹੀਂ ਤੇ ਹੋਮ ਮਿਨਿਸਟਰ ਵੱਲੋਂ ਸ਼ਾਮ ਨੂੰ ਝੰਬ ਝਾੜ ਪੈਣ ਲੱਗ ਜਾਂਦੀ ਹੈ ਕਿ ਤੁਸੀਂ ਤੇ ਉਤਸ਼ਾਹਿਤ ਕਰ ਰਹੇ ਆ ਵਾਇਲੈਂਸ, ਇੱਥੇ ਕੱਲ ਨੂੰ ਕਿਸੇ ਕਿਸਮ ਦਾ ਖਾਲਿਸਤਾਨੀ ਜਾਂ ਕੋਈ ਹੋਰ ਕਿਸਮ ਦੇ ਟੈਰਰਿਸਟ ਐਕਟਿਵ ਹੋ ਸਕਦੇ ਆ, ਪਾਕਿਸਤਾਨ ਨੂੰ ਫਾਇਦਾ ਇਹੋ ਜਿਹੇ ਮਿਲ ਸਕਦਾ। ਇਹੋ ਜਿਹੀਆਂ ਗੱਲਾਂ ਚੱਲ ਪੈਂਦੀਆਂ ਤੇ ਉਹਨਾਂ ਦੀ ਮਜਬੂਰੀ ਹੋ ਜਾਂਦੀ ਹੈ ਕਿ ਲੋਕਾਂ ਦੇ ਉੱਤੇ ਕੇਸ ਬਣਾਉਣ ਜਾਂ ਕਿੱਦਾਂ। ਇਹ ਇੱਧਰ ਨੂੰ ਆਪਾਂ ਨੂੰ ਆਪਣੀ ਸਰਕਾਰ ਨੂੰ, ਪੰਜਾਬ ਦੀ ਨੂੰ ਘੱਟੋ ਘੱਟ ਹਾਲ ਦੀ ਘੜੀ ਟਾਰਗੇਟ ਨਹੀਂ ਬਣਾਉਣਾ ਚਾਹੀਦਾ। ਜਿੱਤਣ ਤੋਂ ਬਾਅਦ ਜਦੋਂ ਆਵਾਂਗੇ, ਜਿਹੜੇ ਬਣੇ ਹੋਏ ਇਹਨਾਂ ਦੇ ਵਾਅਦੇ ਆ, ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਆ, ਉਹਨਾਂ ਦੇ ਉੱਤੇ ਕਿਵੇਂ ਇਹਨਾਂ ਨੂੰ ਪੂਰਾ ਲਿਆਉਣਾ, ਉਹ ਅਸੀਂ ਦੂਜੇ ਗੇੜ ਦੀ ਗੱਲ ਕਰਾਂਗੇ। ਅੱਜ ਅਸੀਂ ਸਮੁੱਚਾ ਪੰਜਾਬ, ਕਿਸੇ ਵੀ ਪਾਰਟੀ ਦਾ ਹੋਵੇ, ਉਸ ਨੂੰ ਇਕਮੁੱਠ ਹੋ ਕੇ ਮਾਈਨਸ BJP ਜਿਨ੍ਹਾਂ ਨੇ ਸਾਡੇ ਨਾਲ ਨਹੀਂ ਚੱਲਣਾ, ਉਸ ਨੂੰ ਕਰਨਾ ਚਾਹੀਦਾ। ਪਰ ਜੇ ਨਾਲ BJP ਆਪਣੇ ਪ੍ਰੋਟੈਸਟ ਕਰਦੀ ਹੈ, ਮੇਰਾ ਖਿਆਲ ਹੈ ਕਿ ਕਿਸੇ ਕਿਸਮ ਦਾ ਉਹਨਾਂ ਨੂੰ ਕਰਨ ਦੇਣਾ ਚਾਹੀਦਾ। ਸਾਨੂੰ ਵੀ ਉਹਦੀਆਂ ਕੇਬਲਾਂ ਕੱਟਤੀਆਂ, ਉਹਦਾ ਆ ਕੱਟਤਾ, ਇਹ ਨਾ ਕਰੋ। ਕਿਸਾਨ ਵੀਰਾਂ ਦੀ ਵੀ ਬਾਰ-ਬਾਰ ਅਪੀਲ ਹੈ ਕਿ ਫਿਰ ਅਸੀਂ ਇੱਕ ਗਲਤ ਪਾਸੇ ਚੱਲ ਜਾਾਂਗੇ, ਕੇਸ ਬਣ ਜਾਣਗੇ, ਕੇਸ ਰੱਦ ਵੱਲ ਅਸੀਂ ਤੁਰੇ ਫਿਰਾਂਗੇ ਤੇ ਅਸਲੀ ਮੁੱਦੇ ਤੋਂ ਅਸੀਂ ਭੜਕ ਜਾਵਾਂਗੇ।
हाँ जी स्वाति जी फिलहाल इत्थे वेला चले गए ब्रेक दा तुसीं बने चढ़दी कला टाइम टीवी दे नाल। ब्रेक तो बाद आप सब का फिर तो स्वागत है। तुसीं वेख रहे हो प्रोग्राम सीधी गल प्रोफैसर मनजीत सिंह जी दे नाल। ते हुण असीं अगली खबर वल वधदे हां जिथे भाजपा के साबका मंत्री तीक्ष्ण सूद के विवादित बयान ते किसान हमायतियां दा रोह फुटिया, जिथे उन्होंने बयान दिता है कि किसान उत्थे पिकनिक मनाउण गए ने ते इसी दे रोस वजों उन्हां दे घर दे बाहर कुछ शरारती अंसरां वल्लों गोहे दी ट्राली सुट्टी गई है ते उत्थे गोहा खिंडाया गया। चलो शरारती तो असीं ना कहिए, जोशीले कह लो जिन्हां नूं गुस्सा आ गया, पर मूवमेंटां गुस्से नाल नहीं चलदियां, अकल नाल स्ट्रैटजी नाल चुस्ती नाल इंटैलीजेंस नाल चलदियां। ये जिहड़ी गल पहले तो तीक्ष्ण सूद वालों ये कहना कि उत्थे पिकनिक मनाउण गए आ ते इहदा रिस्पॉन्स जे मैं होवां तो मैं इन्हां नूं कहूँगा चलो जी मेरी गड्डी च बैठो, तुहानूं थोड़ी पिकनिक मनाउण दे विच हिस्सेदार बना लईए ते फिर इत्थे उन्हां नूं पता लग जूगा। एक तो इन्हां दी आत्मा साफ हो जूगी, उत्थे जिहड़ी ये दूर बैठे इन्हां नूं समझ नहीं पै रही कि उत्थे मानवता दा किन्ना वड्डा एक प्रसार हो रहा, जिथे हर बंदा दूसरे की मदद करने लई बैठा ते हर चीज़ सारियां दी सांझी चीज़ है। जानी इस किस्म का उत्थे माहौल जो बनिया होया कि कोई भी तुहानूं पैसे की लोड़ नहीं, तुसीं खाली हत्थ चले जाओ, मजा लिया तुहानूं माड़ी जी भी कोई तत्ती वाह लगे, कपड़े मिलणगे, ब्रश मिलूगा, टुथपेस्ट मिलूगी, चप्पल मिलूगी, कंबल मिलणगे, खाना जिहो जिहा चाहे तुहानूं घर च नहीं कोई इहो जिहियां पिन्नियां कोई अलसी दियां कोई किसी किस्म दियां बना के दिंदा ताकि गर्मी रहे, उत्थे अलसी दियां पिन्नियां, खीरां, मेवे, किशमिश सारा ये कित्थों आ रहा? ये कोई तुहानूं ब्राइब नहीं कर रहा, ये तुहाडी जिहड़ी वादी फलसफा आ जिथे तुसीं अपने शरीर ते कष्ट झल के समुचे देश के किसानां दे कष्ट नूं दूर करना चाहुंदे आ, ਉਹਨੂੰ नतमस्तक ਹੁੰਦੇ ਆ लोग। इस करके चढ़ावा गुरुद्वारियां च मंदिरां च किते घट सोना पिया, बहुत सोना पिया, टन्ना दे टन सोना पिया, क्यों चढ़ाउंदे लोग? वो नतमस्तक होण जांदे आ ताकि जिहड़ा संसार आ शांतमई रहे, इहदे च मानववादी सोच जिहड़ी आ रहे। लोग घट्टो घट्ट अपने तौर पर यह सोच के उत्थे अपनी शरधा के फुल चढ़ाउण जांदे। इस तरीके नाल जे ये जाण तीक्ष्ण सूद जी एक तो बिल्कुल ही अपना विचार ये बदल लैणगे, इन्हां नूं लगूगा ये हो सकता बीजेपी तो रिजाइन ही नहीं कर जाण, उत्थे जाके किसी ना किसी जानी घट्टो घट्ट जो होर किसी पार्टी च जां किसी च शामिल नहीं होना तो सेवा जरूर बन जाणगे, उत्थे ही रहणगे, फिर वापस नहीं आउंदे। वो जो बेगमपुरे का शहर उत्थे वस गया, उत्थे कोई गम ही नहीं, इत्थे इन्हां नूं 50 किस्म के गम आ ते बंदा कोई गम की जिंदगी थोड़ी जीनी चाहुंदा, सुखमई जीवन जीना चाहुंदा, सारिਆਂ ਲਈ ਕੰਮ करके सारिਆਂ मेहनत करके। उत्थे जरूर उत्थे किताबां बहुत आ, चंगियां चंगियां किताबां, वो नवीं किताबां पढ़न, पुराणियां नूं सुट देण, क्योंकि उहदे करके ही ये पुट्ठे जे पासे थोड़ा जिहा कई बारी सोचण लग जांदे। नहीं तो पिकनिक कहना एक तौहीन हैगी आ एडे वड्डे एक इतिहासक मुजाहरे दी, अंदोलन दी, रोश दी, जिथे सारी दुनिया च तुसीं देखियो कि आने वाले समय च नौजवानों नूं लंबी देर तक ये मूवमेंट बारे पढ़ाया जाऊगा, भावें ऑक्सफोर्ड यूनीवर्सिटी होवे, भावें कैंब्रिज होवे। ते जे ये एक एडा वड्डा मनुखवादी और मनुखता का समुंदर उत्थे बैठा, जिहड़े शहरां दे तौर पर वस के आटो मोड ते चले गए आ, अपने आप नूं आप संभालण दे काबिल हो गए आ, पूरा चीज़ां सप्लाई हो रही आ रही आ, दुख तकलीफ पुछया जा रहा, जिहड़ी चीज़ घटदी आ उहदे नालों दुगनी उत्थे पहुँच जाती है, जो ही इशारा करते ये किते दुनिया च नहीं हुंदा। इसलिए तीक्ष्ण सूद जी साडी बेनती है, उहदा मजाक उड़ाउण दी जगह उहनूं पिकनिक कह के तुसीं उस पिकनिक विच ही कह लो तुसीं शामिल हो, तुहाडा एक आत्मा बदली, मन की बदली, रूह बदली हो जूगी, तुसीं धरती ते उतर के एक नवे इंसान उत्थों पैदा बन के आओगे ते तुसीं सब तो अगे झंडा चुक के मोदी जी के विरुद्ध खड़े होगे कि मोदी जी जां ते तुसीं भी आ जाओ इत्थे, जां फिर असीं चले, असीं ते झंडा हुण छड्डना नहीं। रही गल जिहड़ी दूजे पासे दी गोहा सुट्टना जां होर कुछ किसी का कर देना, किसी नूं बंद कर देना, जां किसी किस्म के घर च लीडर च वड़न की कोशिश करनी, ये माड़ी गल है। देखो असी एक सारी दुनिया नूं बहुत ही वधिया मानववादी विचार जिहदे विच सचार, शांति, एक दूजे का भला, एक दूजे लई
ਮਦਦਗਾਰ ਹੋਣਾ, ਇੱਕ ਦੂਜੇ ਨਾਲ ਹੱਥ ਫੜ ਕੇ ਚੱਲਣਾ, ਇਹੋ ਜਿਹੀਆਂ ਜਿਹੜੀਆਂ ਮੁੱਢਲੀਆਂ ਸੰਸਕਾਰ ਹੁੰਦੇ ਕਿਸੇ ਵੀ ਚੰਗੀ ਸਭਿਅਤਾ ਦੇ, ਸੱਭਿਆਚਾਰ ਦੇ, ਉਹ ਅਸੀਂ ਉੱਥੇ ਪ੍ਰਦਰਸ਼ਨ ਕਰ ਰਹੇ ਹਾਂ। ਉਹ ਸਾਡਾ ਮੈਸੇਜ BBC ਲੰਡਨ ਤੋਂ ਲੈ ਕੇ ਸਾਰੀ ਦੁਨੀਆ 'ਚ ਜਾ ਰਿਹਾ। ਤਾਂ ਜੇ ਅਸੀਂ ਇਹੋ ਜਿਹੇ ਕੰਮ ਕਰਾਂਗੇ ਨਾਲ, ਤੇ ਉਹਦੇ 'ਚ ਅਸੀਂ ਡੈਂਟ ਪਾਵਾਂਗੇ, ਅਸੀਂ ਉਸ ਮੂਵਮੈਂਟ ਨੂੰ, ਉਹਦੇ ਵਿਚਾਰ ਨੂੰ, ਉਹਦੇ ਫਲਸਫੇ ਨੂੰ ਕਮਜ਼ੋਰ ਕਰ ਰਹੇ ਹੋਵਾਂਗੇ। ਉਹ ਗੋਬਰ ਅਸੀਂ ਅਸਲ ਮਾਨਿਆਂ ਦੇ ਵਿੱਚ ਤਿਕਸ਼ਣ ਸੂਦ ਦੇ ਸਾਹਮਣੇ ਨਹੀਂ, ਉਸ ਮੂਵਮੈਂਟ ਦੇ ਉੱਤੇ ਡਿੱਗੂਗਾ। ਇਹ ਨਹੀਂ ਕਰਨਾ ਚਾਹੀਦਾ। ਨਾ ਸਾਨੂੰ ਵਾਇਲੈਂਸ ਜਿਵੇਂ ਮੈਂ ਪਹਿਲਾਂ ਕਰਨੀ ਚਾਹੀਦੀ ਹੈ। ਤੁਸੀਂ ਆਪਣੇ ਸ਼ਕਤੀ ਪ੍ਰਦਰਸ਼ਨ, ਜਿੰਨੀ ਵੀ ਵੱਧ ਤੋਂ ਵੱਧ ਸ਼ਕਤੀ ਆ ਕਰੋ, ਆਪਣੇ ਸੋਚ ਦਾ ਪ੍ਰਦਰਸ਼ਨ ਕਰੋ, ਆਪਣੇ ਗਿਆਨ ਦਾ ਪ੍ਰਦਰਸ਼ਨ ਕਰੋ, ਆਪਣੀ ਭਾਸ਼ਣਬਾਜ਼ੀ ਦੀ ਕਲਾਕਾਰੀ ਦਾ ਪ੍ਰਦਰਸ਼ਨ ਕਰੋ, ਨਵੇਂ ਪ੍ਰੋਟੈਸਟ ਕਰਨ ਦੇ ਤਰੀਕਿਆਂ ਦਾ ਪ੍ਰਦਰਸ਼ਨ ਕਰੋ। ਉਹ ਸਾਨੂੰ ਸਮਝ ਪੈਂਦੀ ਹੈ। ਇੱਥੇ ਪੰਜਾਬ ਦੇ ਨੌਜਵਾਨ ਮੁੰਡੇ ਆਪਣਾ ਇੱਕ ਦੂਜੇ ਦਾ ਹੱਥ ਫੜ ਕੇ, ਹਰ ਇੱਕ ਹੱਥ 'ਚ ਇੱਕ ਝੰਡਾ ਲੈ ਕੇ ਪੰਜਾਬ ਤੋਂ ਦਿੱਲੀ ਤੱਕ ਇੱਕ ਲਾਈਨ ਬਣਾ ਲੈਣ, ਤਾਂ ਕਿਉਂ ਨਹੀਂ ਬਣਾ ਸਕਦੇ ਆ? ਏਡੀ ਵੱਡੀ ਦੁਨੀਆ ਦਾ ਇਤਿਹਾਸ ਰਚਿਆ ਜਾਊਗਾ ਕਿ 250 ਕਿਲੋਮੀਟਰ ਲੰਬੀ ਲਾਈਨ। ਉਸੇ ਤਰ੍ਹਾਂ ਹਰਿਆਣੇ ਵਿੱਚੋਂ ਹਰਿਆਣੇ ਵਾਲੇ ਸ਼ੁਰੂ ਹੋ ਜਾਣ, ਉਹ ਸ਼ਾਮਿਲ ਹੋ ਜਾਣਗੇ, ਇੱਕ ਚੇਨ ਬਣ ਜਾਵੇ। ਤੇ ਮੈਂ ਕਹਿੰਦਾ ਕਦੀ ਐਡੀ ਵੱਡੀ ਚੇਨ ਦਿੱਲੀ ਤੱਕ ਪਹੁੰਚਣ ਦੀ ਬਣੀ ਨਹੀਂ ਹੋਣੀ। ਮਤਲਬ ਇਹੋ ਜਿਹੇ ਤਰੀਕੇ ਸੋਚੋ ਕਿ ਅਸੀਂ ਸਮੁੱਚੇ ਸਮਾਜ ਨੂੰ ਜੋੜਨਾ ਕਿਵੇਂ ਆ, ਔਰ ਇੱਕ ਚੰਗੀ ਮਿਸਾਲ ਬਣ ਕੇ, ਇੱਕ ਇਕੱਲੀ ਇਹ ਐਜੀਟੇਸ਼ਨ ਨਹੀਂ ਹੈ, ਇੱਕ ਨਵੀਂ ਰਾਜਨੀਤਿਕ ਸੋਚ ਦੀ ਬੁਨਿਆਦ ਆ। ਉਸ ਨੂੰ ਹੋਰ ਕਿਵੇਂ ਮਜ਼ਬੂਤ ਕਰਨਾ, ਉਸ ਦੀ ਰੋਸ਼ਨੀ ਨੂੰ ਹੋਰ ਉੱਪਰ ਕਿਵੇਂ ਚੁੱਕਣਾ। ਇਸ ਲਈ ਮੇਰੀ ਤੇ ਬੇਨਤੀ ਇਹੀ ਹੈ ਕਿ ਇਸ ਤੇ ਸਾਨੂੰ ਕਿਸੇ ਵੀ ਉਸ ਕੰਮ ਦੇ ਉੱਤੇ ਨਹੀਂ ਇਹੋ ਜਿਹਾ ਐਕਸ਼ਨ ਕਰਨਾ ਚਾਹੀਦਾ ਜਿਹੜਾ ਭੱਦਾ ਲੱਗੇ, ਸਾਨੂੰ ਬਾਅਦ ਵਿੱਚ ਪਛਤਾਵਾ ਹੋਣਾ ਹੋਵੇ, ਔਰ ਸਾਡੇ ਜਿਹੜੇ ਲੀਡਰ ਸਾਹਿਬਾਨ ਆ ਉਹਨਾਂ ਨੂੰ ਇਹਨਾਂ ਗੱਲਾਂ ਦਾ ਜਵਾਬ ਦੇਣਾ ਔਖਾ ਹੋ ਜੇ। ਕਿਸਾਨਾਂ ਦੇ ਲੀਡਰਾਂ ਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ। ਹਾਂ ਸਵਾਤੀ ਜੀ, ਕਿਸਾਨੀ ਅੰਦੋਲਨ ਵਿੱਚ ਪੰਜਾਬੀ, ਹਿੰਦੀ ਤੇ ਉਰਦੂ ਤੇ ਪ੍ਰਮੁੱਖ ਸਾਹਿਤਕਾਰ ਤੇ ਕਲਾਕਾਰ ਵੀ ਨਿਤਰੇ ਨੇ ਤੇ ਉਹਨਾਂ ਦਾ ਸਾਥ ਦੇ ਰਹੇ ਨੇ। ਹਾਂ, ਮੇਰਾ ਖਿਆਲ ਹੈ, ਦੇਖੋ ਇੱਕ ਚੰਗੀ ਗੱਲ ਆ, ਸਾਡੇ ਪ੍ਰਧਾਨ ਮੰਤਰੀ ਜੀ ਨੇ ਵੀ ਛੋਟੀ ਜਿਹੀ ਕਵਿਤਾ ਕੋਈ ਕੱਲ ਲਿਖੀ ਆ, ਤੇ ਚੰਗੀ ਕਵਿਤਾ ਹੀ ਹੈ। ਉਹਨਾਂ ਨੂੰ ਉਹ ਕਵੀ ਦਰਬਾਰ 'ਚ ਸ਼ਾਮਿਲ ਹੋਣਾ ਚਾਹੀਦਾ ਸੀ। ਉਹਨਾਂ ਐਜ਼ ਪ੍ਰਧਾਨ ਮੰਤਰੀ ਨਹੀਂ ਹੁੰਦੇ, ਕਿਉਂਕਿ ਲੋਕਾਂ ਦਾ ਗੁੱਸਾ ਤੇ ਪ੍ਰਧਾਨ ਮੰਤਰੀ ਨਾਲ ਆ। ਤੇ ਹਿੰਦੀ ਦੀ ਜਾਂ ਗੁਜਰਾਤੀ ਦੀ ਇੱਕ ਕਵਿਤਾ ਵੈਰਾਇਟੀ ਬਣ ਜਾਂਦੀ, ਤੇ ਉਹਨਾਂ ਨੂੰ ਉੱਥੇ ਜ਼ਰੂਰ ਉਸ ਕਵੀ ਦਰਬਾਰ 'ਚ, ਪਤਾ ਨਹੀਂ ਸਾਡੇ ਸਾਹਿਤਕਾਰ ਭੁੱਲ ਗਏ ਹੋਣਗੇ ਉਹਨਾਂ ਨੂੰ ਮੈਸੇਜ ਦੇਣਾ, ਜਾਂ ਕਿਉਂਕਿ ਕਈ ਵਾਰੀ ਕਵਿਤਾ ਨਹੀਂ ਲਿਖਦੇ ਤੇ ਨਵੀਂ ਕਵਿਤਾ ਲਿਖੀ ਹੈ। ਬਾਕੀ ਇਹ ਤੇ ਗੱਲ ਠੀਕ ਹੈ, ਇਹਦੇ 'ਚ ਤੇ ਕੋਈ ਦੋ ਰਾਏ ਨਹੀਂ ਹੈ। ਜਿਵੇਂ ਨਾ ਉਹ ਸ਼੍ਰੀਲੰਕਾ ਦਾ ਬ੍ਰਿਜ ਬਣਾਉਣਾ ਸੀਗਾ, ਚੂਹੇ ਚਿੜੀਆਂ ਸਾਰਾ ਜਿਹੜੇ ਜਮਾਨੇ ਦੇ ਲੋਕ ਲੱਗ ਕੇ, ਜਦੋਂ ਸ਼੍ਰੀਲੰਕਾ ਦਾ ਸਾਡੇ ਐਪਿਕ ਵਿੱਚ ਆ ਹੈ ਨਾ, ਉਹਦੇ ਵਿੱਚ ਉਹ ਬ੍ਰਿਜ ਸਮੁੰਦਰ ਦਾ ਬਣਾਉਣਾ ਸੀ, ਰਾਮ ਸੇਤੂ ਬਣਨਾ ਸੀਗਾ, ਤੇ ਉਹ ਬਣਾਉਣ ਦੇ ਵਿੱਚ ਸਭ ਸ਼ਾਮਿਲ ਸੀ। ਇਸ ਮੂਵਮੈਂਟ ਦੇ ਵਿੱਚ ਬੱਚਾ, ਔਰਤ, ਬਜ਼ੁਰਗ, ਨੌਜਵਾਨ, ਇੰਟਲੈਕਚੁਅਲ, ਸਾਹਿਤਕਾਰ, ਕਵੀ, ਕਿਸੇ ਦਾ ਨਾਂ ਲੈ ਲਓ, ਸਿੰਗਰਾਂ ਨੇ ਧੁੰਮਾਂ ਹੀ ਪਈਆਂ, ਇਹੋ ਜਿਹੇ ਗਾਣੇ ਗਾ ਰਹੇ ਆ ਕਿ ਜਿਵੇਂ ਉਹ ਬਿਲਕੁਲ ਐਨ 7ਵੇਂ ਸਮਾਨ ਤੇ ਬੰਦਿਆਂ ਨੂੰ ਪਹੁੰਚਾ ਦਿੰਦੇ। ਸਗੋਂ ਕਈ ਵਾਰੀ ਜੋਸ਼ ਲੋੜ ਤੋਂ ਜ਼ਿਆਦਾ ਹੋ ਜਾਂਦਾ, ਥੋੜ੍ਹੀ ਜਿਹੀ ਉਹਨਾਂ ਨੂੰ ਟੈਂਪਰੇਚਰ ਘਟਾਉਣੀ ਚਾਹੀਦੀ ਹੈ। ਕਈ ਵਾਰੀ ਤਾਂ ਮੈਂ ਦੇਖਦਾ ਜ਼ਿਆਦਾ ਹੀ ਚੱਕ ਦਿੰਦੇ ਕੰਮ ਨੂੰ ਸਿੰਗਰ ਸਾਡੇ ਜਿਹੜੇ। ਤੇ ਇਹ ਜਿਹੜੀ ਸਾਰਿਆਂ ਦੀ ਬਹੁਤ ਇੰਟਲੈਕਚੁਅਲਸ ਦੀ ਵੀ ਬਹੁਤ ਅਹਿਮ ਭੂਮਿਕਾ ਆ ਇਸ ਮੂਵਮੈਂਟ ਨੂੰ ਜਨਮ ਦੇਣ ਦੀ, ਤੇ ਇਸ ਨੂੰ ਮੂਵਮੈਂਟ ਨੂੰ ਅੱਗੇ ਤੋਰਨ ਦੀ। ਉਹ ਉੱਥੇ ਜਿਹੜਾ ਕੱਲ ਉਹਨਾਂ ਨੇ ਕੀਤਾ, ਇਹ ਬੜਾ ਚੰਗਾ। ਉਹਦੇ ਨਾਲ ਕਿਸਾਨਾਂ ਦੀ ਬੜੀ ਹੌਸਲਾ ਅਫਜ਼ਾਈ ਹੁੰਦੀ ਹੈ, ਔਰ ਇਹਦੇ ਨਾਲ ਇੱਕ ਇਹ ਪ੍ਰਦਰਸ਼ਨ ਵੀ ਹੋ ਜਾਂਦਾ ਕਿ ਤੁਸੀਂ ਇਕੱਲੇ ਨਹੀਂ ਹੈ। ਤੁਹਾਡੇ ਨਾਲ ਜਿਹੜੇ ਕਲਮਾਂ ਦੇ ਧਨੀ ਹੈ, ਜਾਂ ਜਿਹੜੇ ਬੋਲਣ ਦੇ ਧਨੀ ਹੈ, ਜਿਹੜੇ ਲੋਕ ਸੇਵਾ ਦਾ ਕਲਮਾਂ ਰਾਹੀਂ ਸੇਵਾ ਕਰਦੇ ਆ, ਉਹ ਸਾਰੇ ਦੇ ਸਾਰੇ ਤੁਹਾਡੇ ਨਾਲ ਆ। ਤੁਹਾਡੇ ਹੱਥ, ਤੁਹਾਡੇ ਨਾਅਰੇ, ਤੁਹਾਡੇ ਮੁੱਕੇ ਤੇ ਇਹਨਾਂ ਦੀਆਂ ਕਲਮਾਂ ਤੇ ਵਿਚਾਰ, ਇਹ ਮਿਲ ਕੇ ਇੱਕ ਵੱਡੀ ਸ਼ਕਤੀ ਹੋਰ ਅੱਗੇ ਤੋਂ ਇਸੇ ਤਰ੍ਹਾਂ ਬਣਦੀ ਰਹੂਗੀ। ਹਾਂਜੀ ਜੀ ਹਾਂ, ਹੁਣ ਜੀ ਪ੍ਰੋਫੈਸਰ ਜੀ ਸਮਾਸ਼ੋਲਾ ਜੀ, ਆਪ ਜੀ ਤੋਂ ਆਗਿਆ ਲੈਣ ਦਾ, ਤੇ ਤੁਸੀਂ ਸਾਡੇ ਨਾਲ ਜੁੜੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਸਵਾਤੀ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਇਸ ਦੇ ਨਾਲ ਹੀ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਤੇ ਪ੍ਰੋਗਰਾਮ ਵੇਖਿਆ। ਤੇ ਇਸ ਦੇ ਨਾਲ ਹੀ ਤੁਸੀਂ ਮੈਨੂੰ ਆ ਗਿਆ ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਵੇਖਣ ਲਈ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ TV ਦੇ ਨਾਲ। ਧੰਨਵਾਦ।